यूनिवर्सल ह्यूमन राइट्स ऑर्गेनाइजेशन ਦੇ ਵੱਲੋਂ ਲੁਧਿਆਣਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿੱਥੇ ਇੱਕ ਪਰਿਵਾਰ ਦੇ ਵੱਲੋਂ ਪੁਲਿਸ ਦੇ ਉੱਤੇ ਆਰੋਪ ਲਗਾਏ ਗਏ ਕਿ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਗਏ। ਆਓ ਦੇਖਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। इकबाल सिंह सूलपुर 21/7/2005 ਨੂੰ ਠਾਣਾ ਸਿਟੀ ਜਗਰਾਉਂ ਦੇ ਇੱਕ ਜਾਲੀ ਬਣੇ ASI ਗੁਰਿੰਦਰ ਸਿੰਘ ਜੋ ਕਿ ਉੱਥੇ SHO ਵਜੋਂ ਕੰਮ ਕਰਦਾ ਸੀਗਾ, ਉਹਨੇ ਮੈਨੂੰ ਮੇਰੇ ਪਰਿਵਾਰ ਨੂੰ 21 ਤਰੀਕ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਅਤਿਆਚਾਰ ਕੀਤੇ। ਉਸ ਅਤਿਆਚਾਰਾਂ ਨੂੰ ਛੁਪਾਉਣ ਲਈ ਦੂਜੇ ਦਿਨ ਸਾਡੇ ਪਰਿਵਾਰ ਦੇ ਉੱਤੇ ਹੀ ਇੱਕ ਮਰਡਰ ਕੇਸ ਪਾ ਕੇ ਜੇਲ੍ਹ ਭੇਜਤਾ। ਬਾਅਦ ਵਿੱਚ ਅਸੀਂ 10 ਸਾਲਾਂ ਬਾਅਦ ਵਿੱਚੋਂ ਬਰੀ ਹੋਏ ਤੇ 1 ਸਾਲ ਭਰ ਦਾ ਜਿਹੜਾ ਫਰਜ਼ੀ ਰਿਕਾਰਡ ਉਸ ਬੰਦੇ ਨੇ ਬਣਾਇਆ, ਜਿਹੜਾ ਕਿ ਮੈਂ 20,000 RTIਆਂ ਪਾ ਕੇ ਇਹ ਰਿਕਾਰਡ ਸਾਰਾ ਇਕੱਠਾ ਕੀਤਾ, ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਬਈ ਨਾ ਉਸ ਟਾਈਮ ਠਾਣਾ ਸੀ ਤੇ ਨਾ ਹੀ ਗੁਰਿੰਦਰ ਸਿੰਘ SHO ਲੱਗਣ ਦੀ ਐਲੀਜੀਬਿਲਟੀ ਰੱਖਦਾ ਸੀਗਾ। ਉਹ ਬੰਦਾ 24 ਘੰਟੇ ਦੇ ਵਿੱਚ ਟਰਾਂਸਫਰ ਕਰਕੇ ਲਿਆਂਦਾ ਗਿਆ ਤੇ ਉਹਨੇ ਲੋਕਾਂ ਤੇ ਮੇਰੇ ਤੋਂ ਬਿਨਾਂ ਹੋਰ ਵੀ ਲੋਕਾਂ ਦੇ ਉੱਤੇ ਕੇਸ ਪਾਏ। ਜਿਹੜਾ RTI 'ਚ ਮੈਂ ਰਿਕਾਰਡ ਮੰਗਾਇਆ 20 ਕੇਸ ਉਹਨੇ ਬਣਾਏ। ਇਸ ਜਿਹੜੇ ਮੇਰੇ ਰਿਕਾਰਡ ਦੇ ਵਿੱਚ 1 ਸਾਲ ਭਰ ਦਾ ਉਹਨੇ ਫਰਜ਼ੀ ਜਿਮਨੀ ਰਿਕਾਰਡ ਤੇ ਪੁਲਿਸ ਕੇਸ ਦਾ ਜਿਹੜਾ ਰਿਕਾਰਡ ਬਣਾਇਆ, ਜਿਹਦੇ ਵਿੱਚ ਮੇਰੇ ਘਰੇ ਪਿੰਡ ਰਸੂਲਪੁਰ ਜਗਰਾਉਂ ਤੋਂ 30 ਕਿਲੋਮੀਟਰ ਦੂਰ, ਜਿਹਦੇ ਵਿੱਚ ਉਹਨੇ ਮੇਰੇ 36 ਰੇਡਾਂ ਦਿਖਾਈਆਂ। 36 ਦੇ ਵਿੱਚ ਅੱਧੀਆਂ ਰੇਡਾਂ ਸਰਕਾਰੀ ਵਹੀਕਲ ਤੇ ਜਿਪਸੀ ਦੇ ਉੱਤੇ ਤੇ ਅੱਧੀਆਂ ਰੇਡਾਂ ਪ੍ਰਾਈਵੇਟ ਵਹੀਕਲ ਦੇ ਉੱਤੇ ਮੰਗਾਈਆਂ। ਜਦੋਂ ਮੈਂ ਜਿਪਸੀ ਦਾ ਜਿਹੜਾ RTI ਦੇ ਵਿੱਚ ਰਿਕਾਰਡ ਮੰਗਾਇਆ, ਲੌਗ ਬੁੱਕ ਮੰਗਾਈ, ਤਾਂ ਉਹਦੇ ਵਿੱਚ ਇੱਕ ਵੀ ਰੇਡ ਦਰਜ ਨਹੀਂ। ਜਦੋਂ ਮੈਂ ਰੋਜ਼ਨਾਮ 'ਚ RTI ਦੇ ਵਿੱਚ ਲਿਆ ਪਿਆ ਮੇਰੇ ਕੋਲ ਸਾਰਾ, ਉਹਦੇ ਵਿੱਚ ਇੱਕ ਵੀ ਰੇਡ ਦਰਜ ਨਹੀਂ। ਜਦੋਂ ਮੈਂ ਪ੍ਰਾਈਵੇਟ ਵਹੀਕਲਾਂ ਦਾ ਰਿਕਾਰਡ ਮੰਗਿਆ ਤਾਂ ਉਹਨੇ ਸੂਚਨਾ ਕਮਿਸ਼ਨ ਦੇ ਇਹ ਰਿਕਾਰਡ ਦੇਤਾ, ਆਪਦੇ ਗਨਮੈਨਾਂ ਦੇ ਮੋਟਰਸਾਈਕਲਾਂ ਤੇ ਸਕੂਟਰਾਂ ਦੇ ਨੰਬਰ ਦੇਤੇ ਕਿ ਇਹਦੇ ਤੇ ਮੈਂ ਰੇਡਾਂ ਕੀਤੀਆਂ ਸੀ। 7-7 ਬੰਦੇ ਇਹਦੇ 'ਚ ਅਸੀਂ ਬਹਿ ਕੇ ਗਏ ਸੀਗੇ। ਤੇ ਜਦੋਂ ਉਹਦੀਆਂ ਮੈਂ RCਆਂ ਮੰਗਾਈਆਂ ਟਰਾਂਸਪੋਰਟ ਡਿਪਾਰਟਮੈਂਟ ਤੋਂ, ਤਾਂ ਜਿਹੜੇ ਮੋਟਰਸਾਈਕਲ ਆ ਉਹ ਏਜੰਸੀ 'ਚੋਂ ਨਿਕਲਦੇ ਆ 2006 ਦੇ ਵਿੱਚ ਤੇ ਰੇਡਾਂ 2004-5 ਦੀਆਂ। ਜਦੋਂ ਮੇਰੇ ਕੋਲ ਰਿਕਾਰਡ RTI ਦੇ ਵਿੱਚ ਮੰਗਾਇਆ ਹੋਇਆ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਹੋਮ ਸੈਕਟਰੀ ਦਫ਼ਤਰ ਨੇ ਵੀ ਜਿਹੜਾ ਇਹ ਠਾਣਾ ਵਾ 2010 ਦੇ ਵਿੱਚ ਅਸੀਂ ਨੋਟੀਫਿਕੇਸ਼ਨ ਜਾਰੀ ਕਰਦੇ ਹਾਂ। ਉਸ ਤੋਂ ਪਹਿਲਾਂ ਠਾਣਾ ਸਿਟੀ ਜਗਰਾਉਂ ਹੋਂਦ ਦੇ ਵਿੱਚ ਨਹੀਂ ਸੀਗਾ। ਤੇ ਜਦੋਂ ਮੈਂ DIG ਲੁਧਿਆਣੇ ਤੋਂ ਤੇ DGP ਦਫ਼ਤਰ ਤੋਂ ਇਹ ਰਿਕਾਰਡ ਮੰਗਾਇਆ ਕਿ ਇਹ ਬੰਦਾ SI ਕਦੋਂ ਬਣਿਆ, ਤਾਂ ਉਹਨਾਂ ਨੇ ਰਿਕਾਰਡ ਦਿੱਤਾ ਵੀ 3/5/2003 ਨੂੰ ਇਹਨੂੰ 6 ਮਹੀਨੇ ਵਾਸਤੇ ਪੰਜਾਬ ਪੁਲਿਸ ਰੂਲਸ ਦੀ ਧਾਰਾ 13.1 ਦੇ ਮੁਤਾਬਕ 13ਵੇਂ ਅਧਿਆਏ ਦੇ ਮੁਤਾਬਕ 6 ਮਹੀਨੇ ਵਾਸਤੇ ਲੋਕਲ ਰੈਂਕ ਦਿੱਤਾ ਸੀ, ਜਿਹੜਾ ਸਿਰਫ 6 ਮਹੀਨੇ ਵਾਸਤੇ ਹੁੰਦਾ ਵਾ। ਉਸ ਤੋਂ ਬਾਅਦ ਉਹ ਜੇਕਰ ਵਧੀਆ ਕੰਮ ਕਰਦਾ ਵਾ ਤਾਂ ਉਹਨੂੰ ਅਫਸਰਾਂ ਨੇ ਰਿਨਿਊ ਕਰਨਾ ਹੁੰਦਾ ਵਾ। ਪਰ ਇਸ ਬੰਦੇ ਨੂੰ ਇੱਕ ਵਾਰੀ ਉਹ 2003 ਦੇ ਵਿੱਚ ਜਿਹੜਾ ਲੋਕਲ ਰੈਂਕ 6 ਮਹੀਨੇ ਦਾ ਲੈਣ ਤੋਂ ਬਾਅਦ ਦੁਬਾਰਾ ਕਦੇ ਰਿਨਿਊ ਹੀ ਨਹੀਂ ਕਰਾਇਆਗਾ। ਇਹਦੇ ਵਰਗੇ ਹੋਰ ਬਥੇਰੇ ਹੋਣਗੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਇੱਕ ਵਾਰੀ ਰੈਂਕ ਲੈ ਕੇ ਤੇ ਆਪਦੇ ਆਪ ਨੂੰ ਥਾਣੇਦਾਰ ਕਹਾਉਂਦੇ ਨੇ, ਲੋਕਾਂ ਤੇ ਅਤਿਆਚਾਰ ਕਰਦੇ ਨੇ। ਇਹ ਸਾਰਾ ਮੇਰੇ ਕੋਲ ਰਿਕਾਰਡ ਆ। ਜਦੋਂ ਮੈਂ ਇਹ ਰਿਕਾਰਡ ਮੰਗਿਆ ਵੀ ਇਹ ਬੰਦਾ ਤਾਂ ਐਲੀਜੀਬਲ ਹੀ ਨਹੀਂ ਸੀ ਤੇ ਠਾਣਾ ਵੀ ਹੈ ਨਹੀਂ ਸੀ, ਤਾਂ ਤੁਸੀਂ ਸਰਕਾਰ ਦੇ ਕਿਹੜੇ ਹੁਕਮ ਦੇ ਨਾਲ DGP ਦਫ਼ਤਰ ਦੇ ਜਾਂ DIG ਦਫ਼ਤਰ ਦੇ ਜਾਂ SSP ਦਫ਼ਤਰ ਦੇ ਇਹਨੂੰ SHO ਲਾਇਆ? ਤਾਂ ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ, SSP ਦਫ਼ਤਰ ਨੇ, ਹੁਣ ਵੀ ਮੇਰੇ ਕੋਲ ਅਵੇਲੇਬਲ ਰਿਕਾਰਡ, ਕਿ ਜੀ ਉਸ ਟਾਈਮ ਦੇ ਅਫਸਰਾਂ ਦੇ ਜਵਾਨੀ ਹੁਕਮਾਂ ਤਹਿਤ ਇਹਨੂੰ SHO ਮੁੱਖ ਅਫਸਰ ਠਾਣਾ ਸਿਟੀ ਲਿਖਿਆ ਜਾਂਦਾ ਸੀਗਾ, ਜਦੋਂ ਕਿ ਉਹ ਠਾਣਾ ਹੈ ਨਹੀਂਗਾ। ਇਹ ਰਿਕਾਰਡ ਆ ਮੇਰੇ ਕੋਲ। ਨਹੀਂ ਜੀ, ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮੇਰੀ ਹੁਣ ਤੱਕ ਦੀ ਜਿਹੜੀ ਲੜਾਈ ਆ ਉਹਦੀਆਂ ਵੱਖ-ਵੱਖ ਪੜਤਾਲਾਂ ਤੋਂ ਬਾਅਦ ਸਭ ਤੋਂ ਪਹਿਲਾਂ 2006 ਦੇ ਵਿੱਚ 17/10/2006 ਨੂੰ ADGP ਇੰਟੈਲੀਜੈਂਸ ਨੂੰ CID ਲੁਧਿਆਣਾ ਡਿਪਾਰਟਮੈਂਟ ਨੇ ਇੱਕ ਗੁਪਤ ਪੜਤਾਲ ਕਰਕੇ ਇਹ ਰਿਪੋਰਟ ਭੇਜੀ ਸੀ ਵੀ ਇਹ ਪਰਿਵਾਰ ਨੂੰ ਝੂਠਾ ਫਸਾਇਆ ਗਿਆ ਵਾ। ਇਹਦੇ ਵਾਸਤੇ SHO ਗੁਰਿੰਦਰ ਸਿੰਘ, ASI ਰਾਜਵੀਰ ਸਿੰਘ ਤੇ ਦੋਨੇ ਜਿਹੜੇ ਗਵਾਹ ਵਾ, ਰਾਜਵੀਰ ਸਿੰਘ ਆਪਣਾ ਸਰਪੰਚ ਤੇ ਮੈਂਬਰ ਪੰਚਾਇਤ, ਉਹ ਜ਼ਿੰਮੇਵਾਰ ਆ। ਇਹਦੀ ਪੜਤਾਲ ਕੀਤੀ ਜਾਵੇ, ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਮੈਂ ਫਿਰ ਅਪੀਲ ਕੀਤੀ ਵੱਖ-ਵੱਖ ਦਫ਼ਤਰਾਂ ਦੇ ਵਿੱਚ, ਮੈਂ ਜਿਹੜੀ ਜਗਰਾਉਂ ਤੋਂ ਲੈ ਕੇ UNO ਤੱਕ ਚਿੱਠੀਆਂ ਲਿਖੀਆਂ। ਤੇ ਉਸ ਤੋਂ ਬਾਅਦ DGP ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਆਰਡਰ ਦੇ ਉੱਤੇ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੇ DGP ਦੀ ਅਗਵਾਈ ਦੇ ਵਿੱਚ ਇੱਕ ਵੱਡੀ ਕਮੇਟੀ ਬਣਾਈ, ਜਿਹਦੇ ਵਿੱਚ ਇਹ ਗੱਲ ਸਾਬਤ ਹੋਈ ਬਈ ਰਿਕਾਰਡ ਦੇ ਆਧਾਰ ਤੇ ਮੈਂ 1300 ਤੋਂ ਵੱਧ ਜਿਹੜੇ ਅਥੈਂਟੀਕੇਟਡ ਰਿਕਾਰਡ RTI ਦੇ ਵਿੱਚ ਮੰਗਾਇਆ ਹੋਇਆ ਉਹ ਉੱਥੇ ਸਬਮਿਟ ਕੀਤਾ। 100 ਤੋਂ ਵੱਧ ਹੀਅਰਿੰਗਾਂ ਚੱਲੀਆਂ ਤੇ DGP ਸਾਹਿਬ ਨੇ, ਜਿਹੜੀ ਕਮਿਸ਼ਨ ਨੇ, ਮੈਨੂੰ ਇਸ ਗੱਲ ਦੇ ਉੱਤੇ ਸਨਮਾਨਿਤ ਵੀ ਕੀਤਾ ਵੀ ਤੂੰ ਆਪਦੇ ਕੇਸ ਦੀ ਖੁਦ ਪੜਤਾਲ ਇਨਵੈਸਟੀਗੇਟ ਕੀਤਾ ਵਾ ਇੱਕ ਵਧੀਆ ਪੁਲਿਸ ਅਫਸਰ ਵਾਂਗੂ। ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਰਿਪੋਰਟ ਬਣਾ ਕੇ ਨੈਸ਼ਨਲ ਕਮਿਸ਼ਨ ਨੂੰ ਵੀ ਮੈਂ ਭੇਜੀ ਤੇ ਉਹ ਨੈਸ਼ਨਲ ਕਮਿਸ਼ਨ ਨੇ ਕ੍ਰਾਈਮ ਬ੍ਰਾਂਚ ਤੋਂ ਵੈਰੀਫਾਈ ਕਰਾਉਣ ਤੋਂ ਬਾਅਦ ਹੁਣ 28 ਤਰੀਕ ਨੂੰ ਇੱਕ ਆਰਡਰ ਜਾਰੀ ਕੀਤਾ ਵਾ SSP ਜਗਰਾਉਂ ਸਰਦਾਰ ਸਰਜੀਤ ਸਿੰਘ ਨੂੰ ਬਾਈ ਨੇਮ ਕਿ ਉਸ ਥਾਣੇਦਾਰ ਦੇ ਤੇ ਹੋਰਨਾਂ ਦੇ ਖਿਲਾਫ ਪਰਚਾ ਦਰਜ ਕਰੋ, ਇਨਵੈਸਟੀਗੇਟ ਕਰੋ ਤੇ ਪਰਿਵਾਰ ਨੂੰ ਜਿਹੜਾ 20 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ। ਪਰ ਅਜੇ ਤੱਕ 20-25 ਦਿਨ ਹੋ ਚੱਲਿਆ, ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਜਿਹੜਾ ਦੋਸ਼ੀ ਆ ਉਹ ਬਹੁਤ ਤਾਕਤਵਰ ਆ, ਤਕੜਾ ਵਾ, ਪੈਸੇ ਵਾਲਾ ਵਾ, ਉਹ ਸਾਰੇ ਸਿਸਟਮ ਨੂੰ ਖਰੀਦ ਸਕਦਾ ਵਾ।
ਲੀਡਰਾਂ ਮੰਤਰੀਆਂ ਤੋਂ ਸਿਫਾਰਿਸ਼ਾਂ ਪਵਾ ਸਕਦਾ, ਉਹਦੇ ਰਿਸ਼ਤੇਦਾਰ ਮੰਤਰੀ ਲੀਡਰ ਹੋ ਸਕਦੇ ਨੇ। ਇਸ ਕਰਕੇ ਇੱਧਰ ਗਰੀਬ ਬੰਦੇ ਦੀ ਸੁਣਨ ਵਾਲਾ ਕੋਈ ਨਹੀਂ। ਮੇਰੇ ਨਾਲ ਸਿਰਫ ਆ ਜਥੇਬੰਦੀਆਂ ਬੈਠੀਆਂ ਵਾ, ਇਹ ਮੇਰੀ ਮਦਦ ਹੈ। ਹਾਂਜੀ ਬਿਲकुल ਪੋਲੀਟੀਕਲ ਦਬਾਅ ਪੈ ਰਿਹਾ ਵਾ। ਉਹ ਸਾਡੇ ਜਗਰਾਉਂ ਦੇ ਵਿੱਚ ਸਾਡੇ ਜਿਹੜੇ ਲੋਕਲ ਲੀਡਰਾਂ ਤੋਂ ਸਿਫਾਰਿਸ਼ਾਂ ਕਰਾ ਰਿਹਾ, ਮੈਨੂੰ ਲੋਕ ਦੱਸ ਰਹੇ ਨੇ। ਮੈਨੂੰ ਵੀ ਤਾਂ ਉਲਟਾ ਸਿਫਾਰਿਸ਼ਾਂ ਆ ਰਹੀਆਂ ਵੀ ਜਾਂ ਰਾਜੀਨਾਮਾ ਕਰ ਲਾ ਜਾਂ ਸ਼ਿਕਾਇਤ ਵਾਪਸ ਲੈ ਲਾ, ਨਹੀਂ ਤਾਂ ਫਿਰ ਮੇਰਾ ਨੁਕਸਾਨ ਪਹਿਲਾਂ ਹੋਊਗਾ। ਕਿਉਂਕਿ ਪਹਿਲਾਂ ਵੀ ਮੇਰੇ ਤੇ 2 ਹਮਲੇ ਉਹ ਕਰਾ ਚੁੱਕਿਆ ਵਾ। ਆ ਮੇਰਾ ਸਾਰਾ ਪਾਸਾ ਡੈਮੇਜ ਆ। ਮੈਂ ਮਹੀਨਾ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਰਿਹਾ ਵਾ। ਉਹ 'ਚ ਪਰਚਾ ਵੀ ਦਰਜ ਹੋਇਆ ਵਾ, ਪਰ ਉਹਦਾ ਨਾਂ ਨਹੀਂ ਪਾਇਆ ਗਾ ਪੁਲਿਸ ਨੇ। ਅਨਨੋਨ ਬੰਦਿਆਂ ਤੇ ਪਰਚਾ ਦਰਜ ਕਰ ਦਿੱਤਾ ਗਿਆ। ਹੁਣ ਵੀ ਮੈਨੂੰ ਖਤਰਾ ਵਾ, ਮੇਰੇ ਪਰਿਵਾਰ ਨੂੰ ਕਿਸੇ ਟਾਈਮ ਵੀ ਜਾਨੀ ਮਾਲੀ ਨੁਕਸਾਨ ਕਰ ਸਕਦਾ ਵਾ, ਕਿਉਂਕਿ ਉਹਨੇ ਕੋਸ਼ਿਸ਼ ਕਰਨੀ ਆ ਬਚਣ ਦੀ, ਤੇ ਮੈਨੂੰ ਜਿਹੜਾ ਮਦਈ ਦੇ ਤੌਰ ਤੇ ਮੇਰਾ ਨੁਕਸਾਨ ਕਰਨ ਦੀ। ਪਰ ਫਿਰ ਵੀ ਮੇਰੇ ਨਾਲ ਇਨਸਾਫ ਪਸੰਦ ਜਥੇਬੰਦੀਆਂ ਖੜੀਆਂ ਵਾ, ਮੈਨੂੰ ਇਹਨਾਂ ਤੇ ਮਾਣ ਆ। ਮੈਂ ਇਨਸਾਫ, ਮੇਰੀ ਮੰਗ ਆ ਵੀ ਉਸ ਬੰਦੇ ਨੂੰ ਅੰਦਰ ਕਰੋ ਜਿੰਨੀ ਜਲਦੀ ਹੋ ਸਕਦਾ। ਨੈਸ਼ਨਲ ਕਮਿਸ਼ਨ ਦੇ ਆਰਡਰ ਨੂੰ ਇੰਪਲੀਮੈਂਟ ਕਰੋ। ਇਹ ਸਭ ਤੋਂ ਵੱਡਾ ਮਤਲਬ ਇਨਸਾਫ ਦੀ ਇੱਕ ਗੱਲ ਆ, ਕਿਉਂਕਿ ਸਾਡਾ ਕਨਸਟੀਟਿਊਸ਼ਨ ਆ ਜਿਹੜਾ ਉਹ ਇਨਸਾਫ ਦੇਣ ਦੀ ਗੱਲ ਕਰਦਾ ਵਾ। ਵੀ ਜਥੇਬੰਦੀਆਂ ਸਾਡੇ ਨਾਲ ਹੋਰ ਵੀ ਸਹਿਯੋਗੀ ਜਥੇਬੰਦੀਆਂ ਆ, ਜਿਨ੍ਹਾਂ ਨੇ ਇੱਕ ਇਕਬਾਲ ਸਿੰਘ ਰਸੂਲਪੁਰ ਜਿੱਥੇ 2005 ਦੇ ਵਿੱਚ ਇੱਕ ਸੁਸਾਈਡ ਹੋਈ ਸੀ, ਉਹਨੂੰ ਕਤਲ ਬਣਾ ਕੇ ਜਿਹੜਾ ਕੇਸ ਹੈ ਇੱਕ SHO ਗੁਰਿੰਦਰ ਸਿੰਘ ਬੱਲ ਨੇ ਸਿਟੀ ਜਗਰਾਉਂ ਥਾਣੇ ਤੋਂ ਜਿਹੜਾ ਕੇਸ ਹੈ ਇਹਨਾਂ ਤੇ ਪਾ ਕੇ ਸਾਰੇ ਪਰਿਵਾਰ ਤੇ ਤਸ਼ੱਦਦ ਕੀਤਾ, ਤੇ ਇਹਨੂੰ ਇਨਸਾਫ ਅਜੇ ਵੀ ਨਹੀਂ ਮਿਲਿਆ। ਅਜੇ 13 ਸਾਲ ਦੇ ਵਿੱਚ ਸਿਰਫ ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਨੇ ਜਿਹੜੇ ਹੁਣ ਆਰਡਰ ਕੀਤੇ ਆ ਵੀ ਜਿਹੜਾ SHO ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਇਹਦੇ ਪਰਿਵਾਰ ਜਿਹੜਾ ਵਾ ਉਹਨੂੰ ਜਿਹੜਾ ਵਾ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਵੇ। ਪਰ ਅਜੇ ਤੱਕ 15 ਤੋਂ 20 ਦਿਨ ਹੋ ਗਏ ਨੇ, 15 ਦਿਨ ਲਿਖਿਆ ਸੀ ਕਮਿਸ਼ਨ, ਅਜੇ ਤੱਕ ਪਰਚਾ ਦਰਜ ਨਹੀਂ ਹੋਇਆ। ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਹਿਯੋਗੀ ਜਥੇਬੰਦੀਆਂ ਦੇ ਨਾਲ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ SSP ਹੈ ਇਮੀਡੀਏਟ ਪਰਚਾ ਦਰਜ ਕਰੇ ਤੇ ਇਹ ਜਿਹੜਾ ਪਰਿਵਾਰ ਆ ਉਹਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਜੇਕਰ ਪਰਚਾ ਦਰਜ ਨਾ ਕੀਤਾ ਗਿਆ ਤੇ ਜਿਹੜਾ ਅਗਲਾ ਸੰਘਰਸ਼ ਆ ਅਸੀਂ ਉਹ ਤੇ ਧਰਨੇ ਦੇਵਾਂਗੇ ਜਾਂ ਹਾਈ ਕੋਰਟ ਜਾਵਾਂਗੇ ਜਾਂ ਸੁप्रीम कोर्ट जावांगे। जिथे तक होया सानू इंसाफ दिलाने लिए असीं जावांगे। श्री अमरनाथ यात्रा के लिए लंगर की तैयारियां अलग अलग जत्थेबंदियों के द्वारा चल रही हैं और इस जत्थेबंदी के द्वारा भी तैयारियां पूरी फाइनली हैं। तो आइए इनसे बातचीत आपको सुनवाते हैं। जय भोलेनाथ जी। श्री अमरनाथ लंगर सेवा समिति लुधियाना तो पंजाब तो असी सारे समूह मैंबर सारी संगत अगे भोलेनाथ से अगे सरकार अगे सारे अगों यही मंग करते हैं कि जिहड़ा यात्रा है ਉਹਦਾ टोल टैक्स है वो पूरे रस्ते ਦੇ ਵਿੱਚ माफ़ किया जाए तो यात्रियों की सुरक्षा है ਉਹਨੂੰ यकीनी बनाया जाए। तो नाल ही नाल ਆਪਾਂ ਸਾਰੇ ਵਕਤਾਂ ਨੂੰ अपील करते हैं कि ਉਹ यात्रा ਦੇ ਵਿੱਚ अपना जो भी सरकार ਵੱਲੋਂ ਜਾਂ यात्रा श्राइन बोर्ड ਵੱਲੋਂ जो भी ਸਾਵਧਾਨੀਆਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਪੂਰਾ ਵਰਤਣ, ਉਹਨਾਂ ਦਾ ਖਿਆਲ ਰੱਖਣ। ਜਿੱਦਾਂ ਕਿ 75 ਜਾਂ 80 ਸਾਲ ਦੀ ਉੱਪਰ ਤੋਂ ਬਜ਼ੁਰਗ ਜਿਹੜੇ ਉਹ ਨਾ ਜਾਣ, ਛੋਟੇ ਬੱਚੇ ਨਾ ਜਾਣ, ਤੇ ਆਪਣਾ ਜ਼ਰੂਰੀ ਜੋ ਵੀ ਜ਼ਰੂਰਤ ਦਾ ਸਮਾਨ ਹੈ ਉਹਨੂੰ ਲੈ ਕੇ ਜਾਣ ਆਪਣਾ ਨਾਲ। ਵੀ ਜਿਸ ਤਰ੍ਹਾਂ ਕਿਹਾ ਜਾਂਦਾ ਛਤਰੀ ਵਗੈਰਾ ਜਾਂ ਲਾਈਟ ਟਾਰਚ, ਬੂਟ ਜਿਹੜੇ ਹੋਣੇ ਚਾਹੀਦੇ ਉਸ ਹਿਸਾਬ ਨਾਲ ਹੋਣੇ ਚਾਹੀਦੇ ਆ, ਕਿਉਂਕਿ ਜਿਹੜੀ ਯਾਤਰਾ ਹੈ ਉਹਨੂੰ ਆਪਾਂ ਬਾਕੀ ਉੱਥੇ ਜਾ ਕੇ ਆਪਾਂ ਪਰਿਆਵਰਣ ਦਾ ਤੇ ਸਮਾਜ ਦਾ ਵੀ ਖਿਆਲ ਰੱਖੀਏ। ਉੱਥੇ ਜਾ ਕੇ ਗੰਦਗੀ ਨਾ ਫੈਲਾਈਏ ਤੇ ਨਾ ਆਪਾਂ ਜਿਹੜਾ ਲੰਗਰ ਦੇ ਵਿੱਚ ਜੂਠਾ ਛੱਡਦੇ ਆ ਉਹਨੂੰ ਵੀ ਨਾ ਛੱਡੀਏ। ਤੇ ਇਹਦੇ ਨਾਲ ਜਿਹੜੀ ਯਾਤਰਾ ਹੈ ਉਹ ਆਪਣਾ ਪੂਰੀ ਪ੍ਰੋਪਰ ਤਰੀਕੇ ਨਾਲ ਜਿਹੜੀ ਧਾਰਮਿਕ ਉਹਦੀ ਪ੍ਰਵਿਰਤੀ ਦੇ ਨਾਲ ਜਿਹੜੀ ਆਪਾਂ ਕਰੀਏ। ਤੇ ਮੇਰੀ ਅੱਗੇ ਸਾਰੇ ਭਗਤਾਂ ਅੱਗੇ ਹੀ ਦਰਖਾਸਤ ਹੈ ਕਿ ਜਿਹੜਾ ਆਪਣੇ ਸਾਡੇ ਸੰਸਥਾ ਦਾ ਉਪਰਾਲਾ ਸ਼ੁਰੂ ਕੀਤਾ ਹੈ, ਸਾਡਾ 8ਵਾਂ ਲੰਗਰ ਹੈ ਜੋ ਸਾਡਾ ਦਿਨ ਰਾਤ 24 ਘੰਟੇ ਚੱਲਦਾ ਹੈ। ਤਕਰੀਬਨ 1000-1200 ਬੰਦਾ ਡੇਲੀ ਇਸ ਜਗ੍ਹਾ ਤੇ ਲੰਗਰ ਦਾ ਗ੍ਰਹਿਣ ਕਰਕੇ ਜਾਂਦਾ ਹੈਗਾ। ਤੇ ਮੇਰੀ ਇਹ ਰਿਕੁਐਸਟ ਹੈ ਅੱਗੇ ਸਾਰਿਆਂ ਅੱਗੇ ਸ਼ਿਵ ਭਗਤਾਂ ਅੱਗੇ ਬੇਨਤੀ ਹੈ, ਪੂਰੇ ਪੰਜਾਬ ਤੋਂ ਵੀ ਭਾਰਤ ਤੋਂ ਸਾਨੂੰ ਬਹੁਤ ਜ਼ਿਆਦਾ ਸਹਿਯੋਗ, ਬਹੁਤ ਮਾਣ ਪ੍ਰਾਪਤ ਹੁੰਦਾ ਹੈ ਤੇ ਵੱਧ ਤੋਂ ਵੱਧ ਸੰਸਥਾ ਨਾਲ ਜੁੜੋ ਤੇ ਸਾਨੂੰ ਸਹਿਯੋਗ ਦਿਓ ਤੇ ਅਸੀਂ ਇਦਾਂ ਹੀ ਸ਼ਿਵ ਭਗਤਾਂ ਦੀ ਸਾਰੀ ਉਮਰ ਇਦਾਂ ਹੀ ਸੇਵਾ ਕਰਦੇ ਰਹੀਏ ਤੇ ਪੁੰਨ ਦੇ ਭਾਗੇ ਬਣੀਏ। ਇਹ ਜੀ ਸ਼੍ਰੀ ਅਮਰਨਾਥ ਸੇਵਾ ਮੰਡਲ ਲੰਗਰ ਕਮੇਟੀ ਲੁਧਿਆਣਾ ਵੱਲੋਂ 8ਵਾਂ ਵਿਸ਼ਾਲ ਭੰਡਾਰਾ ਜੋ ਕਿ ਅਮਰਨਾਥ ਯਾਤਰੀਆਂ ਦੇ ਲਈ ਹਰ ਸਾਲ ਵੱਧ ਚੜ੍ਹ ਕੇ ਵੱਧ ਤੋਂ ਵੱਧ ਸੁਵਿਧਾਵਾਂ ਦੇ ਨਾਲ ਲਗਾਇਆ ਜਾ ਰਿਹਾ ਹੈ। 25 ਤਰੀਕ 6ਵਾਂ ਮਹੀਨਾ 2018 ਤੋਂ ਇਹ ਸ਼ੁਰੂ ਹੋ ਕੇ 1 ਮਹੀਨਾ 25 ਜੁਲਾਈ ਨੂੰ ਲੰਗਰ ਦੀ ਸਮਾਪਤੀ ਹੈ। ਸਾਡੇ ਲੰਗਰ ਦੇ ਵਿੱਚ ਫੈਸਿਲਿਟੀਆਂ ਜਿਵੇਂ ਕਿ ਮੈਡੀਕਲ ਸੁਵਿਧਾ, ਸੌਣ ਲਈ ਯਾਤਰੀਆਂ ਨੂੰ ਨਾਈਟ ਸਟੇ ਜਿੱਦਾਂ ਵੀ ਹੈ 24 ਘੰਟੇ ਫੈਸਿਲਿਟੀ ਸਾਰੀਆਂ ਹੈਗੀਆਂ ਨੇ। ਤੇ ਕੋਈ ਵੀ ਯਾਤਰੀ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਦੱਸਦਾ ਵੀ ਸਾਡੇ ਨਾਲ ਇੱਦਾਂ ਵਾ, ਸਾਨੂੰ ਇਹ ਪ੍ਰੋਬਲਮ ਹੈ, ਉਹ ਅਸੀਂ ਆਪਣੀ ਸੰਸਥਾ ਵੱਲੋਂ ਵੱਧ ਤੋਂ ਵੱਧ ਉਸ ਪ੍ਰੋਬਲਮ ਨੂੰ ਹੱਲ ਕਰਾ ਕੇ ਦਿੰਦੇ ਹਾਂ। ਸੁਰਿੰਦਰ ਕੁਮਾਰ ਟੌਰ ਰਾਮ ਗੋਪਾਲ ਗਊਸ਼ਾਲਾ ਦੇ ਵਿੱਚ ਅਸੀਂ ਹਰ ਸਾਲ ਮਤਲਬ ਇੱਥੇ ਲੰਗਰ ਲਾਉਂਦੇ ਹਾਂ। 8ਵਾਂ ਸਾਡਾ ਲੰਗਰ ਹੈ
ਸਾਡੇ ਕੋਲ ਮਤਲਬ ਹਰ ਇੱਕ ਤਰ੍ਹਾਂ ਦੀ ਸੁਵਿਧਾ, ਸੌਣ ਦੀ, ਮੈਡੀਕਲ ਦੀ, ਤੇ ਕਿਸੇ ਦੀ ਕੋਈ ਗੱਡੀ ਨੂੰ ਪ੍ਰੋਬਲਮ ਪੈ ਜਾਂਦੀ, ਕਿਸੇ ਦਾ ਪੈਂਚਰ ਹੋ ਜਾਂਦਾ ਹੈ, ਕਿਸੇ ਦੀ ਕੋਈ ਹੋਰ ਪ੍ਰੋਬਲਮ, ਅਸੀਂ ਉਹਦੀ ਹੱਲ ਕਰਕੇ ਦੇਈਦਾ। ਇਹ 24 ਘੰਟੇ ਲੰਗਰ ਚੱਲਦਾ, ਲਗਭਗ 1 ਮਹੀਨੇ ਦਾ ਲੰਗਰ ਹੈ। ਗੌਰਮੈਂਟ ਅੱਗੇ ਸਾਡੀ ਬੇਨਤੀ ਹੈ ਵੀ ਜਿਹੜੇ ਟੂਰ ਲੱਗੇ ਹੈ ਤੇ ਯਾਤਰੀਆਂ ਲਈ ਇਹ ਬਿਲਕੁਲ ਫਰੀ ਹੋਣੇ ਚਾਹੀਦੇ, ਆਉਣ ਲਈ ਵੀ ਤੇ ਜਾਣ ਲਈ ਵੀ। ਜਿਨ੍ਹਾਂ ਕੋਲ ਮਤਲਬ ਉਹਨਾਂ ਦੇ ਪੰਛੀ ਘਰ ਹੋਵੇ ਉਹਨਾਂ ਨੂੰ ਜ਼ਰੂਰ ਛੂਟ ਦੇ ਦੇਣੀ ਚਾਹੀਦੀ ਇਹਨਾਂ ਦੀ ਸੇਫਟੀ ਲਈ। ਤੇ ਬਾਕੀ ਅੱਗੇ ਜਾ ਕੇ ਮਿਲਟਰੀ ਨੂੰ ਵੀ ਮਤਲਬ ਇਹਨਾਂ ਦੀ ਪੂਰੀ ਨਿਗਰਾਨੀ ਕਰਨੀ ਚਾਹੀਦੀ ਵੀ ਕੋਈ ਘਟਨਾ ਨਾ ਵਾਪਰੇ ਯਾਤਰੀਆਂ ਲਈ। ਤੇ ਸਾਡੀ ਇਹੀ ਬੇਨਤੀ ਹੈ ਸਰਕਾਰ ਅੱਗੇ, ਸੈਂਟਰ ਸਰਕਾਰ ਅੱਗੇ, ਪੰਜਾਬ ਸਰਕਾਰ ਅੱਗੇ ਵੀ ਇਹਨਾਂ ਨੂੰ ਮਤਲਬ ਸੇਫਟੀ ਨਾਲ ਪਹੁੰਚਾਏ ਜਾਣ। ਉੱਥੇ 1000-1500 ਬੰਦਾ ਰੋਜ਼ ਆਉਂਦਾ ਤੇ ਲੰਗਰ ਤੇ। ਸਾਡੇ ਕੋਲ ਕੋਈ ਲਗਭਗ 1000-1200 ਬੰਦੇ ਦੀ ਡੇਲੀ ਸਾਡੇ ਕੋਲ ਆਉਂਦਾ ਜੀ। ਤੇ ਜਿੱਦਾਂ ਵੀ ਅਗਲਾ ਸਾਨੂੰ ਕਹਿੰਦਾ ਸੁਵਿਧਾ ਸੀ ਉੱਦਾਂ ਦੀ ਉਹਨੂੰ ਕਰਾ ਕੇ ਦੇਈਦੀ ਹੈ। 24 ਘੰਟੇ ਤੇ ਲੰਗਰ 24 ਘੰਟੇ ਚੱਲਦਾ ਸਾਡਾ ਇਹ। ਠੀਕ ਹੈ ਜੀ। ਜੈਕਾਰਾ ਵੀਰ बजरंगी, ਹਰ ਹਰ ਮਹਾਦੇਵ। भूखे को अन्न, प्यासे को पानी, जय अमरनाथ बाबा बरमानी। लुधियाना के गुरुद्वारा श्री कलगीधर साहिब रोड पर चड्डा स्टोर्स के मालिक के ऊपर 4 नकाबपोशों के द्वारा गोलियां चलाने का मामला पूरे महानगर में चर्चा में है। इस बारे में पूरे व्यापारी वर्ग की ये मांग है कि पुलिस जल्द से जल्द कार्रवाई करके आरोपियों को पकड़े ताकि उन्हें चैन की सांस मिल सके। हमारे साथ हैं चड्डा स्टोर्स के प्रोपराइटर सरदार त्रिलोचन सिंह। तो आज जो कलगीधर गुरुद्वारा रोड पे जो हादसा हुआ है, ये अपने शोरूम पे बैठे थे तो 4 नकाबपोश आदमियों ने एंटर होकर इनके काउंटर पर ही इन्होंने गोलियां चलाई। इनकी 3 गोलियां जांघों पे लगीं। अभी सीएमसी में एडमिट है। तो त्रिलोचन सिंह जी, क्या वाकया हुआ ये बताइए आप। मैं ऑफिस में बैठा हुआ था, साथ में मेरे ब्रदर बैठे थे कुलदीप सिंह, और सामने उनके फ्रेंड बैठे हुए थे। 1 मिनट या 1.5 मिनट पहले ही कुलदीप सिंह ने फ्रेंड को बोला कि मैं बाथरूम जा रहा हूँ, भी आया। वो बाथरूम करने गए हैं, अंदर ही ऑफिस के अपने बिल्डिंग में ही बाथरूम है। बाथरूम करने गए हैं तो 1 या 1.5 मिनट के अंदर ही 3 नकाबपोश अंदर आए हैं। एक जिनमें से बाहर कार में बैठा रहा, उसने आते ही 3 गोलियां मारी हैं और नीचे करके पैरों में, जांघों में। और मारने के बाद बोले कुछ नहीं, ना कुछ उन्होंने कुछ पूछा किसी से, ना कुछ कहा, बिल्कुल मुंह ढके हुए थे उनके, और मार के वो वापस चले गए। तो जाते हुए शटर बंद कर गए। आपको क्या लगता है, कोई आपके साथ कोई किसी की पुरानी दुश्मनी, किसी की रंजिश? नहीं, कोई दुश्मनी नहीं, कोई रंजिश नहीं, ना कभी किसी से झगड़ा हुआ, कोई ऐसा कोई है नहीं। किसी के बारे में हम ऐसा सोचते हैं कि ऐसा है नहीं। तो दर्शकों, हमारे साथ हैं इनके भाई कुलदीप सिंह जी। तो कुलदीप सिंह जी, मैं आपसे पूछना चाहूँगा कि आपको क्या लगता है ये वाकया जो है, इसके पीछे क्या साजिश हो सकती है और कौन से बंदे हो सकते हैं? इसमें मैं थोड़ा ऐड ऑन करना चाहूँगा कि पिछले बुधवार को 13 तारीख को रात को 11:15 बजे भी हमें इंटरसेप्ट किया गया घर के पास एक i20 गाड़ी, वाइट कलर की, नया मॉडल। वो हमारे सामने आकर रॉन्ग साइड उसने हमारी गाड़ी को रोक दिया। उसके बाद हमने गाड़ी बैक की, उसमें से 2 आदमी निकले। ड्राइवर जो ड्राइविंग कर रहा था उसके हाथ में पिस्टल थी। बेटे हमारे साथ में थे, बेटा ने देख लिया पिस्टल है, मैंने कहा गाड़ी बैक करो। गाड़ी बैक करके हम लोग वापस फिरोजपुर रोड पर भगा के लेके गए गाड़ी। उस गाड़ी ने हमारा पीछा किया पूरा। उसके बाद हम लोग साबरमती थाने चले गए। वहाँ से सीधे वहाँ से SSO साहब को लेकर तो मैडम गुरप्रीत पुरेवाल वो भी वहाँ पर आ गई थी। ये वाकया जो हुआ है ये बाबा नर्सिंग होम के सामने हुआ था, जो 13 तारीख को रात को हुआ था। वहाँ पर 11:15 बजे वहाँ पर मैडम ने आके सारी फुटेज देखा। उन्होंने हमारी गाड़ी कैसे गई, कैसे वापस गई, कैसे उस गाड़ी ने हमारा पीछा किया। उसके बाद उन्होंने हमको भेज दिया कि आप लोग जाइए, हमारा काम है, हम देखेंगे। नेक्स्ट डे उन्होंने हमारे से बुलाकर स्टेटमेंट लिया और रिकॉर्ड किया कि कंप्लेंट रिकॉर्ड की हमारी। उसके बाद आज ये वाकया हो गया। हमारी किसी से कोई रंजिश नहीं है, ना हमें किसी पे डाउट है। पुलिस का ही काम है, पुलिस ने देखना है कैसे बंदे ट्रेस आउट हो सकते हैं। आपको क्या लगता है उस जो वो इंसिडेंट हुआ था, तो इस इंसिडेंट के साथ आपको कोई लिंक लगता है? वो इंसिडेंट तो उस वक्त हमें ये लगता था कि ये लुटखोरा मामला है,
लेकिन अब ये बिल्कुल क्लियर है कि वो भी इंसिडेंट हमारे पास अटैक ही था एक। उस दिन तो हम ये समझ रहे थे कि शायद ये रास्ते में लूट खो का मामला है, लेकिन अब मैं अशोक धीर, चेयरमैन पीएसडीए और एलसीपीडीए की तरफ से ये कहना चाहता हूँ कि हमारे एक बहुत ही पुराने मेंबर चड्डा स्टोर के पार्टनर सरदार त्रिलोचन सिंह, जिनकी शॉप कलगीधर गुरुद्वारा रोड के ऊपर है, तो बहुत ही शांत प्रिय नागरिक हैं, शांत प्रिय बिजनेसमैन हैं। इनकी दुकान के ऊपर आकर 4 नकाबपोश क्रिमिनल ने इनके ऊपर हमला किया बिना किसी रीज़न, और इनकी टांगों के ऊपर 3 गोलियां लगी हैं। कल मैं और पीएसडी के प्रेसिडेंट प्रवीण जी सीएमसी में उनका हालचाल पूछने गए थे, तो उन्होंने पूरी विस्तारपूर्वक हमें बात बताई। तो मैं पुलिस कमिश्नर लुधियाना सरदार सुखचैन सिंह गिल जी से ये प्रार्थना करूँगा कि लुधियाना में जो क्राइम बढ़ रहा है इनके ऊपर नुकेल डालिए। और बड़े ताज्जुब की बात है कि ऐसे भीड़ भाड़ वाले इलाके में भी अगर हमारे शांत प्रिय नागरिक महफूज नहीं हैं तो कहाँ महफूज होंगे। ये बहुत ही विचारणीय बात है, और मैं ये समझता हूँ कि ये लुधियाना पुलिस के लिए भी एक बहुत बड़ा क्वेश्चन मार्क है। लुधियाना की CIA 2 की पुलिस ने 2 युवकों को गिरफ्तार किया है, जिनके नाम है दविंदर सिंह और गुरदीप सिंह। पुलिस के मुताबिक ये दोनों आरोपी मोबाइल फोन लूटते थे और इनसे 8 मोबाइल फोन बरामद हुए। बार बार हमारी अपील के बाद कुछ लोगों ने पौधे लगाने शुरू किए हैं, तो ऐसी ही हमारी एक विनती मानी है हमारे एक व्हाट्सएप के साथ रिलेटेड व्यक्तियों के द्वारा। उन्होंने कुछ पौधे लगाकर अपने जन्मदिन के ऊपर हमें उसकी कुछ तस्वीरें भेजी है, जो हम आपके साथ साझा करना चाहते हैं। और आप सभी से भी यही विनती है कि अपने अपने जन्मदिन पर 4 पौधे जरूर लगाइए, और अपने जन्मदिन पर आप हमें आकर अपनी कुंडली भी फ्री दिखा सकते हैं। नगर निगम की एक बड़ी नालायकी आप खुद देख लीजिए। जैसे ही आप किचलू नगर से जाते हैं ऋषि वाल्मीकि नगर में, वहां पर इनकम टैक्स ऑफिस यानी कि आयकर भवन में, तो आप रोड के बाएं तरफ देखोगे चारों तरफ गंदगी के ढेर हैं, बड़े बड़े डंप्स हैं, गौएं भी गंदगी में मुंह मार रही हैं। वहां से निकलना मुश्किल ही नहीं नामुमकिन भी है, लेकिन कभी भी वहां ये दृश्य नहीं मिलता कि कूड़ा उठाया गया हो और सफाई हो। अब इसके बारे में तो नगर निगम के अधिकारी ही कह सकेंगे कि क्या कार्रवाई करेंगे। ये रास्ता जाता है लुधियाना के इनकम टैक्स कार्यालय को, और आप देख रहे हैं किस तरह से चारों तरफ कूड़े के ढेर हैं और इनको उठाने वाला कोई नहीं। शायद ये एक कूड़े का ओपन डंप है, जहां पर बहुत ही बेदर्दी से कूड़ा फेंका गया है। कूड़े के ढेरों ढेर है यहाँ पर। यहाँ से निकलने वाले को बहुत मुश्किल होती है, इतनी ज़्यादा कि यहाँ की बुरी स्मेल इंसान बेहोश होने तक को जाता है। नगर निगम ना जाने कब यहाँ पे ध्यान देगा। और ऐसा ही एक और दृश्य देखने को मिला जब आज सुबह हम घंटाघर के पास से निकले, तो भदौड़ हाउस के बाहर ये चारों तरफ बिखरी हुई प्लेटें बयान कर रही थी कि शायद यहाँ पर लंगर का आयोजन हुआ होगा। हालांकि बहुत अच्छा है कि लंगर लगाकर भूखे और प्यासे लोगों को सहारा दिया जाता है, लेकिन लंगर को ग्रहण करने वाले लोगों से भी विनती है कि इस तरह से अपनी अपनी खाली और यूज की हुई प्लेटें सड़कों पर मत फेंकिए, उनको एक ही जगह पर ढेरी कीजिए। और लंगर लगाने वाले सभी दोस्तों से भी यह रिक्वेस्ट है कि जब भी कहीं भी लंगर लगाएं तो एक बड़ा डब्बा या एक बड़ा ड्रम वहां पर लगा दीजिए, जिसमें लोग जूठी प्लेटें और पतले डाल सके, ताकि हम मिलकर अपने सामूहिक प्रयासों से शहर को साफ भी रख सके और सेवा भी कर सके। धन्यवाद।
ਬਹੁਤ ਸਾਰੇ ਦਰਸ਼ਕ ਸਾਨੂੰ ਦੱਸਦੇ ਆ ਕਿ ਸਾਡੇ ਘਰੇ ਜੀ ਸ਼ੰਖ, ਯੰਤਰ, ਕਮਲ ਗੱਟਾ, ਸਿੱਪੀਆਂ ਇਦਾਂ ਦੀਆਂ ਵਸਤੂ ਅਸੀਂ ਪੂਜਾ ਸਥਲ 'ਚ ਰੱਖੀਆਂ, ਪਰ ਕੋਈ ਫਾਇਦਾ ਤਾਂ ਹੁੰਦਾ ਨਹੀਂ। ਪਿਆਰੇ ਦਰਸ਼ਕੋ, ਜਦ ਤੱਕ ਇਹਨਾਂ ਚੀਜ਼ਾਂ ਦੀ ਵਿਧੀਵਤ ਰੂਪ ਦੇ ਨਾਲ ਪੂਜਾ ਨਾ ਕੀਤੀ ਜਾਏ ਤੇ ਉਦੋਂ ਪਹਿਲਾਂ ਉਹਨਾਂ ਨੂੰ ਸਿੱਧ ਨਾ ਕਰਵਾਇਆ ਜਾਏ, ਤਦ ਤੱਕ ਉਹਨਾਂ ਦਾ ਕੋਈ ਵੀ ਮਹੱਤਵ ਨਹੀਂ ਹੁੰਦਾ। ਲక్ష్ਮੀ ਜੀ ਦੇ, ਸਿੱਧੀ ਦੇ ਜਾਂ ਫਿਰ ਸ਼ੁਭ ਲਾਭ ਦੇ ਉਪਾਆਂ ਦੇ ਤੌਰ ਤੇ ਕੁਝ ਲੋਕ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਆ, ਲੇਕਿਨ ਉਹਨਾਂ ਦੇ ਹੱਥ 'ਚ ਨਿਰਾਸ਼ਾ ਲੱਗਦੀ ਹੈ। ਸਿਰਫ ਇਹੀ ਇਹਦਾ ਕਾਰਨ ਹੈ। ਤੁਸੀਂ ਜਦ ਵੀ ਇਦਾਂ ਦੀਆਂ ਕੋਈ ਵਸਤੂਆਂ ਲਵੋ ਤੇ ਪ੍ਰੋਪਰਲੀ ਜਿਸ ਜੋਤਸ਼ੀ ਨੇ ਰეკਮੈਂਡ ਕੀਤਾ ਉਹਦੇ ਕੋਲੋਂ ਸਿੱਧ ਕਰਵਾ ਕੇ ਹੀ ਲਵੋ ਤੇ ਉਹਦੇ ਤੋਂ ਪੂਜਾ ਦਾ ਵਿਧਾਨ ਵੀ ਜ਼ਰੂਰ ਪੁੱਛੋ ਕਿ ਕਿੱਦਾਂ ਅਸੀਂ ਇਹਨਾਂ ਦੀ ਪੂਜਾ ਕਰੀਏ, ਫਿਰ ਤੁਹਾਨੂੰ ਨਿਸ਼ਚਿਤ ਰੂਪ ਦੇ ਵਿੱਚ ਫਾਇਦਾ ਹੋਣਾ ਸ਼ੁਰੂ ਹੋਏਗਾ। ਬਾਕੀ ਹੋਰ ਬਹੁਤ ਸਾਰੀ ਜੋਤਿਸ਼ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਸਿੰਪਲੀ ਸਾਡਾ ਜਿਹੜਾ YouTube ਚੈਨਲ ਹੈਗਾ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ, ਉਹਨੂੰ ਦੇਖਣਾ ਨਾ ਭੁੱਲਿਓ ਤੇ ਨਾਲ ਹੀ ਨਾਲ ਉਹਨੂੰ ਸਬਸਕ੍ਰਾइब करके भी ज्योतिष के लेटेस्ट अपडेट्स तुसी सिर्फ हासिल कर सकते हो। बहुजन समाज के आंदोलन को पंजाब में एक बड़ी मजबूती प्रदान करते हुए गढ़शंकर से पूर्व विधायक शिंगारा राम सहुंगड़ा अपने साथियों सहित बहुजन मुक्ति पार्टी में शामिल हो गए हैं। उन्होंने बाम सेफ व बहुजन मुक्ति पार्टी के राष्ट्रीय अध्यक्ष वामन मेश्राम ने पार्टी में शामिल किया। इस दौरान सहुंगड़ा के साथ डॉक्टर अंबेडकर नवयुवक दल के सरप्रस्त राजीव कुमार, लवली, इंद्रजीत सिंह एडवोकेट, गुरमेल सिंह चंदड़, जगतार सिंह गिल, इंद्रजीत लंगा, दिशांत रोहित व बिंदरप्रीत आजाद भी बहुजन मुक्ति पार्टी में शामिल हो गए। आने वाली मानसून के सीजन के दौरान संभावित बाढ़ नियंत्रण प्रबंधों का जायजा लेते हुए डिप्टी कमिश्नर श्री प्रदीप कुमार अग्रवाल ने आज सीनियर अधिकारियों के साथ बचत भवन में बैठक की और आवश्यक दिशा निर्देश दिए। ये निर्णय लिया गया कि बाढ़ के नियंत्रण में परस्पर तालमेल रखने और संपूर्ण गतिविधियों पर नजर रखने के लिए एक व्हाट्सएप ग्रुप भी बनाया जाएगा। श्री अग्रवाल ने कहा कि बाढ़ रोकथाम प्रबंधों और किसी भी गंभीर स्थिति से निपटने में किसी भी अधिकारी या कर्मचारी की तरफ से दिखाई गई लापरवाही बिल्कुल भी बर्दाश्त नहीं की जाएगी। सुखमिंदर सिंह, वॉइस ऑफ एशियंस, लुधियाना। तो प्रिय दर्शकों, कैसा लगा आपको हमारा आज का बुलेटिन? अगर अच्छा लगा तो इसको जरूर लाइक कीजिए, सब्सक्राइब कीजिए हमारा चैनल और इस वीडियो को जरूर शेयर कीजिए। और आपको कहीं भी कोई भी असुविधा मिलती है, कोई भी खबर मिलती है, तो आप हमारे व्हाट्सएप नंबर 9872620533 पे डाल सकते हैं उसकी वीडियो या फोटोज, और उसके बाद लिख के आप 2 लाइनों में भेज सकते हैं कि ये क्या मामला है, और हम निश्चित रूप में आपकी खबर को अपने बुलेटिन में जरूर चलाएंगे। बहुत बहुत धन्यवाद।